जी हमारे साथ मौजूद हैं उस गूंगी और ज़हनी माजूर लड़की की बहन। इनसे हम बात करते हैं जिस लड़की के साथ मुबैना तौर पर जो है ज्यादती हुई है। चेहरा इनका हमने ढांपा हुआ है। अच्छा जी, दसो भैन जी की होया तुहाडी भैन दे नाल? भाई ਉਹ ਨਾ ਪਾਣੀ ਲੈਣ ਗਈ ਸੀ ਟੂਟੀ ਤੋਂ ਤੇ ਪਾਣੀ ਲੈਣ ਗਈ। ਅਸੀਂ 10-15 ਮਿੰਟ ਵੇਟ ਕੀਤਾ, ਪਾਣੀ ਲੈ ਕੇ ਨਹੀਂ ਆਈ। ਅਸੀਂ ਉੱਥੇ ਵੇਖਣ ਗਏ, ਉੱਥੇ ਕੋਈ ਚੀਜ਼ ਨਹੀਂ ਤੁਸੀਂ ਚਾਦਰ ਨਾਲ ਨਕਾਬ ਕਰ ਲਓ, ਚਾਦਰ ਦੇ ਨਾਲ ਨਾ ਨਹੀਂ ਇਸ ਤਰ੍ਹਾਂ, ਹਾਂ ਇਹ ਪੂਰਾ ਨਕਾਬ ਕਰ ਲੈ ਇਸ ਤਰ੍ਹਾਂ। ਚਲੋ ਅੱਛਾ, ਉੱਥੇ ਨਹੀਂ ਕੋਈ ਚੀਜ਼ ਹੈਗੀ। ਮੈਂ ਨਾ ਛੋਟੇ ਮੋਬਾਈਲ ਤੇ ਫੋਨ ਕੀਤਾ ਭਾਈ ਨੂੰ, ਛੰਗੇ ਮੰਗੇ ਵਾਲਦਾ ਨੂੰ ਲੈ ਕੇ ਆਇਆ, ਠੀਕ ਨਹੀਂ ਹੈਗੀ ਸੀ ਦਵਾਈ ਲੈਣ। ਵੀ ਗੂੰਗੀ ਨਹੀਂ ਲੱਭਦੀ ਪਈ ਤੇ ਘਰ ਆ ਜਾ ਛੇਤੀ, ਮੈਂ ਕੱਲੀ ਕੀ ਕਰਾਂ। ਉਹਨੇ ਕਿਹਾ ਮੈਂ ਆਣਾ ਪਿਆ 5-10 ਮਿੰਟ 'ਚ। ਮੈਂ ਉੱਥੋਂ ਹੋ ਕੇ ਵਾਪਸੀ ਕਰ ਗਈ, ਘਰੋਂ ਆ ਕੇ ਫਿਰ ਉੱਥੇ ਖਲੋ ਗਈ ਆ। ਉਹਨਾਂ ਥੋੜਾ ਜਿਹਾ ਖੱਪਾ ਸੀ, ਮੈਨੂੰ ਨਹੀਂ ਪਹਿਲੇ ਨਹੀਂ ਸੀ ਪਤਾ ਅੰਦਰ ਹੈਗੀ ਹੈ। ਉਹਨੇ ਜਾਣਿਆ ਵੀ ਹੁਣ ਇੱਥੇ ਖਲੋਤੀ ਹੈ, ਜਾਂਦੀ ਨਹੀਂ ਪਈ। 2-3 ਵਾਰੀ ਅੰਦਰੋਂ ਬਾਹਰ ਨਿਕਲਿਆ, ਬਾਹਰੋਂ ਅੰਦਰ ਵੜ ਗਿਆ। ਕਮੀਜ਼ ਉਹਨੇ ਲਾ ਕੇ ਬੂਹੇ ਤੇ ਰੱਖੀ ਹੋਈ ਹੈ, ਬਨੈਣ ਉਹਨੇ ਗਾਲੇ 'ਚ ਪਾਈ ਹੋਈ ਹੈ। ਜਿਸ ਵੇਲੇ 2-3 ਵਾਰੀ ਬਾਹਰ ਨਿਕਲਿਆ, ਅੰਦਰ ਵੜਿਆ ਨਾ, ਮੈਂ ਉੱਥੇ ਹੀ ਖਲੋਤੀ ਰਹੀ ਬਾਲ ਲੈ ਕੇ। ਫਿਰ ਉਹ ਬਾਹਰ ਨਿਕਲ ਆਇਆ, ਬਾਹਰ ਨਿਕਲ ਕੇ ਉਹਨੇ ਨੂੰ ਧੱਕਾ ਮਾਰਿਆ, ਬਾਹਰ ਹਟ ਕੇ ਤੇ ਆਪ ਭੱਜ ਵਗ ਗਿਆ। ਮੈਂ ਕਿਹਾ ਤੈਨੂੰ ਸ਼ਰਮ ਤੇ ਯਾ ਨਹੀਂ ਆਈ? ਉਹਨੇ ਵਾਪਸੀ ਹਟ ਕੇ ਆ ਕੇ ਨਾ ਪੈਰੀ ਡਿੱਗ ਪਿਆ, ਕਹਿੰਦਾ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ। ਉਮਰ ਕਿੰਨੀ ਬੰਦੇ ਦੀ? 60 ਸਾਲ 70 ਹੈਗੀ। ਤੇ ਕਹਿੰਦਾ ਮੈਨੂੰ ਮਾਫ ਕਰ ਦੇ। ਮੈਂ ਕਿਹਾ ਮਾਫ ਤੈਨੂੰ ਭਾਈ ਆ ਕੇ ਕਰੇਗਾ ਜਿਹਨੂੰ ਮੈਂ ਫੋਨ ਕੀਤਾ ਹੋਇਆ ਹੈ। बस ना उनका गल पाया, ना उन्हें मैं फड़िया, ना उन्हें कोई गल नहीं की। एक मिनट रुकिए जरा, ये भी हम अजान के लिए जी अपनी वीडियो रोकेंगे अजान के एहतराम में, और उसके बाद फिर हम दोबारा बहन से बात करते हैं। जी अजान के बाद हम एहतरामन आपने वीडियो रोकी थी, हम दोबारा बहन जी से बात करते हैं। अच्छा ए दसो भैन जी कि 60-70 साल है इस बंदे की उम्र? हाँ जी, बच्चे जवान ने उनके शरदाई लांदे रहने उनके नाल इत्थे। अच्छा, तो उस तो बाद फिर जदों तुहाडी भैन आई है, फिर उस तो बाद फिर तुसी पुलिस नूं कदों गए हो? ਉਹ ਅਸੀਂ 4 ਵਜੇ ਦਾ ਟਾਈਮ ਹੈ ਤੇ ਅਸੀਂ ਨਾ 4:30 ਵਜੇ ਆਏ ਹਾਂ, ਥਾਣੇ ਗਏ ਹਾਂ। ਅੱਛਾ, ਉਵੇਂ ਹੀ ਫਿਰ ਉਹਨਾਂ ਦਰਖਾਸਤ ਦਰਜ ਕਰ ਲਈ। ਕਰਦਿਆਂ ਨਾ ਉਹਨਾਂ ਨੇ ਕਿਹਾ ਬੰਦੇ ਫੜ ਕੇ ਲਏ ਗਏ ਨੇ। ਅਸੀਂ ਕਿਹਾ ਵੀ ਉਹ ਬੰਦਾ ਮੌਜੂਦ ਨਹੀਂ ਹੈਗਾ ਤੇ ਉਹਦੇ ਨਾਲ ਬੇਟੇ ਹੈਗੇ ਨੇ। ਐਸਐਚ ਨੇ ਕਿਹਾ ਫੜ ਕੇ ਲਿਆਓ। ਐਸਐਚ ਨੇ ਪੁਲਿਸ ਕੱਲੀ, ਉਹ ਫੜ ਕੇ ਲਗਾਏ ਨੇ, ਲਿਜਾ ਕੇ ਉਹਨਾਂ ਨੇ ਐਫਆਈਆਰ ਕਰਤੀ। ਐਫਆਈਆਰ ਵੀ ਹੋ ਗਈ ਉਸੇ ਟਾਈਮ ਹੀ ਐਸਐਚ ਨੇ ਕੀਤੀ। ਐਸਐਚ ਨੇ ਕਿਹਾ ਵੀ ਉਹਨੂੰ ਲੱਭ ਕੇ ਫੜਨਾ ਹੈ। ਉਹਨਾਂ ਨੇ ਬੇਲ ਕਰਾਈ, ਪਤਾ ਨਹੀਂ ਕੀ ਕਰਾਇਆ, ਦੋਵੇਂ ਮੁੰਡੇ ਛਡਾ ਲੈਣੇ। ਅਸੀਂ ਦੁਬਾਰਾ ਫਿਰ ਥਾਣੇ ਗਏ ਆ। ਉਹਨਾਂ ਨੇ ਕਿਹਾ ਉਹਨਾਂ ਨੇ ਬੇਲ ਕਰਾਈ ਹੈ ਤੇ ਉਹਨਾਂ ਬੰਦਾ ਛਡਾ ਲਿਆ। ਅਸੀਂ ਡੀਐਸਪੀ ਦੇ ਪੇਸ਼ ਹੋਏ, ਡੀਐਸਪੀ ਦੇ ਪੇਸ਼ ਉਹ ਵੀ ਉਹਨਾਂ ਮੁਲਜ਼ਮ ਨੂੰ ਬੁਲਾਇਆ ਹੈ। ਇਹ ਖਾਲਦਾ परवीन ਹੋਈ, ਕਹਿੰਦੀ ਇਹ ਝੂਠਾ। ਖਾਲਦਾ परवीन कौन है? ਉਹ ਤਸ਼ਵੀਸ਼ਨ ਸੀ। अच्छा जी, एसएचओ साहब ने तावन किया ਤੁਹਾਡੇ ਨਾਲ ਬਕਾਇਦਾ? लेकिन जो ਗੱਲ ਤਫਤੀਸ਼ੀ ਕੋਲੇ ਪਹੁੰਚੀ ਫਿਰ ਤੁਹਾਡੇ ਮਾਮਲਾਤ ਖਰਾਬ ਹੋਏ ਨੇ। अच्छा, केस ही ਤੁਹਾਡੀ ਤਫਤੀਸ਼ ਕਿਹਦੇ ਕੋਲ ਸੀ? खालदा परवीन। अच्छा जी, हम इन मोहतरमा पर इल्जाम नहीं लगा रहे, लेकिन जो ये खातून है जिनकी बहन के साथ जुल्म हुआ है, ये खुद बता रही हैं, इनका कहना है ये। अच्छा, खालदा परवीन ने ना ਡੀਐਸਪੀ ਦੇ ਪੇਸ਼ ਹੋ ਕੇ ਨਾ ਸਾਡੇ ਬਰਖਲਾਫ ਚੱਲੀ ਹੈ। ਡੀਐਸਪੀ ਨੇ ਸਾਡੇ ਨਾਲ ਨਾ ਤਾਵਨ ਕੀਤਾ। ਉਹਨੇ ਕਿਹਾ ਵੀ ਐਸਾ ਨਹੀਂ ਹੁੰਦਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਜੀ। ਉਹਨੇ ਕਿਹਾ ਬੇਜ਼ਬਾਨ ਬੱਚੀ ਇਹ ਬਿਆਨ ਕੈਸੇ ਦੇਗੀ, ਇਹ गिरफ्तार करो, ਇਹ ਗੁਨੇਗਾਰ ਹੈ ਬੰਦਾ। ਤੇ ਉੱਥੇ ਖਾਲਦਾ परवीन ਕਹਿੰਦੇ ਚਲੋ ਠੀਕ ਹੈ। ਤੇ ਤੁਹਾਡਾ ਮੈਡੀਕਲ ਜਦੋਂ ਐਫਆਈਆਰ ਹੋਈ ਉਸੇ ਦਿਨ ਮੈਡੀਕਲ ਹੋਇਆ ਕਿ ਨਹੀਂ ਹੋਇਆ? ਨਹੀਂ, 4 ਦਿਨਾਂ ਬਾਅਦ ਹੋਇਆ ਮੈਡੀਕਲ। ਕਿਉਂ ਲੇਟ ਕਿਉਂ ਕੀਤਾ ਮੈਡੀਕਲ ਉਹਨਾਂ ਨੇ? ਉਹ ਖਾਲਦਾ परवीन ਨੇ ਕਿਹਾ ਨਹੀਂ ਕਰਾना ਹੈਗਾ, ਸਾਨੂੰ ਕਿਸੇ ਗੱਲ ਦਾ नहीं पता। आप देख लें नाजरीन, जो तफ्तीशी अब ये कानून बन चुका है, जिस वक्त एफआईआर हो और जो अगर जिस बच्ची के साथ जुल्म हुआ है उसका फौरी तौर पर जो पुलिस की इन्वेस्टिगेशन ऑफिसर की रिस्पॉन्सिबिलिटी है कि उसी वक्त मेडिकल करवाया जाए, थोड़ा सा भी डिले ना किया जाए। तो कितने दिन बाद कराया जी उन्होंने? 4 दिनों बाद। 4 दिन बाद क्या मेडिकल रिपोर्ट में आएगा? जो मेडिकल रिपोर्ट कुछ निकले? नहीं, कुछ भी नहीं निकला। जाहिर है 4 दिन तक ना ये पढ़े लिखे लोग नहीं है, ना इनको गरीब लोग हैं ये, और ये हालात आप देख सकते हैं। अब ये उसका जो भाई है ये हमें बता रहा था, इसका भी चेहरा हम नहीं दिखाएंगे। ये जो रिक्शा आप देख रहे हैं ना, ए रिक्शा की कीता जे की कीता जी? ये जी रिक्शा इसका पीछे जो हुड होता है वो बेच के तो किराए वगैरह और ये इधर उधर जाने जो धक्के खा रहे हैं ये लोग। अब देखें जी, मरियम नवाज साहिबा से हमारी गुजारिश है, अगर ये वीडियो उनकी नजर से गुजरे, आईजी पंजाब डॉक्टर उस्मान साहब उनकी नजर से गुजरे अगर ये वीडियो, या डीपीओ कसूर इससे सुकेरा साहब की नजर से गुजरे, तो खुदा रहा ये इंसाफ दिलाएं इन गरीबों को। अब ये रिक्शे का वो हुड बेचकर किराए इकट्ठे किए हैं इस भाई ने, हम इसका शक्ल नहीं दिखा रहे, लेकिन है कि अब वो पैसे एक थाने जाना, लाहौर जाना, इधर उधर जाना, उन चक्रों में इन लोगों ने ये रिक्शे के भी वो बेच दिए, हुड बेच दिए। अच्छा, ਅੱਗੋਂ ਨੰਬਰ ਦਾ ਹੈਗਾ ਰਤਨ ਦੇ ਕੋਡ ਦਾ, ਉਹ ਆ ਕੇ ਧਮਕੀਆਂ ਲਾਉਂਦਾ ਹੈ ਜੇ ਕੇਸ ਨਾ ਨਿਬੇੜਨ ਤੇ ਇਹਨਾਂ ਤੇ ਚਰਸ ਦਾ ਕੇਸ ਪਾ ਦੇਣਾ, ਇਹਨਾਂ ਨੂੰ ਇੰਜ ਕਰ ਦੇਣਾ,
ਇਹ ਪੈਸੇ ਲੈਣਾ ਚਾਹੁੰਦੇ ਨੇ ਜੇ ਉਹ ਅਸੀਂ ਇਸ ਗੱਲੋਂ ਨਾ ਸਾਡੇ ਵੱਲ ਬੜੇ ਬੰਦੇ ਉਹਨਾਂ ਕੋਲ ਆਏ ਨੇ ਅਗਰ 2 ਲੱਖ ਲੈ ਲਓ 4 ਲੱਖ ਲੈ ਲਓ ਅਸੀਂ ਕਿਹਾ ਅਸੀਂ ਇਹ ਗੂੰਗੀ ਦਾ ਕੇਸ ਹੈਗਾ ਲੜਾਈ ਹੁੰਦੀ ਹੋਰ ਗੱਲ ਸੀ ਅਸੀਂ 1 ਰੁਪਈਆ ਨਹੀਂ ਲੈਣਾ ਅਸੀਂ ਜੋ ਚੋਰ ਦੀ ਸਜ਼ਾ ਹੈ ਨੂੰ ਪੁਲਿਸ ਛੱਡ ਦੇਵੇ ਅਸੀਂ ਨਹੀਂ ਮਾਫ ਕਰਨਾ ਯਾਨੀ ਕਿ ਤੁਸੀਂ ਹੁਣ ਔਰ ਤੁਹਾਡੇ ਕੋਲ ਕਿਸੇ ਨੇ ਪੈਸੇ ਤੇ ਨਹੀਂ ਲਏ ਹਨ ਨਹੀਂ ਇਹ ਤਫਤੀਸ਼ੀ ਵਗੈਰਾ ਕਿਸੇ ਹੋਰ ਨੇ ਨਹੀਂ ਅਸਗਤ ਤਜਵੀਸ਼ ਨੇ ਲਿਆ 10,000 ਸਾਡੇ ਕੋਲੋਂ ਤੇ 5,000 ਅਸੀਂ ਦਿੱਤਾ ਇਹਨੂੰ ਖਾਲਦਾ ਪ੍ਰਵੀਨ ਨੂੰ ਇਹਨੂੰ 5 ਨਹੀਂ ਦਿੱਤਾ ਤੇ ਸਾਡੇ ਨਾਲ ਵਿਗੜੀ ਪੈਸਿਆਂ ਤੋਂ ਇਹ ਜੀ ਹਮ ਹੀ ਇਲਜ਼ਾਮ ਲਗਾ ਰਹੇ ਤੇ ਪੈਸੇ ਮੰਗਦੇ ਕਿਉਂ ਨੇ ਤੁਹਾਡੇ ਕੋਲੋਂ ਕਹਿੰਦੇ ਸੀ ਅਸੀਂ ਫਾइल पेश करनी ਅਸੀਂ कागज लिखने ने ते वो ਅਸੀਂ ਇਹ ਲੈਣੇ यानी कि कागज लिखनी है ज़मीनियाँ भरनी है आगे खर्चात हैं तो वो पैसे में चाहिए तो वो आप लोग दें वो भी अगर ये गरीब लोग देंगे बेच बाच के अपनी चीज़ें तो फिर हमारा इतना बड़ा सिस्टम है खुदा रहा क्या फ़ायदा इतने बड़े पुलिस डिपार्टमेंट का जब इस गरीब को इंसाफ नहीं मिलेगा इस गरीब माँ को इंसाफ नहीं मिलेगा इनकी सेहत पर क्या अच्छा असर पड़ रहा है इनको क्या फ़ायदा हो रहा है ये मादरत के साथ इस सिस्टम को इस मामलात को इन खराबियों को दूर होना चाहिए और ये हमें उम्मीद है वज़ीर आला पंजाब मरीम नवाज साहब और राजी पंजाब डॉक्टर उस्मान साहब इस सारे मामले को जरूर हल करने की कोशिश करेंगे ਤੁਸੀਂ ਹੁਣ अपील की करना चाहते हो भैन जी ਅਸੀਂ ਇਹਨੂੰ ਜੋ ਚੋਰ ਦੀ ਸਜ਼ਾ ਹੈ ਉਹ ਦੇ ਦੇਣ ਫੜ ਲੈਣ ਇਹਨੂੰ ਜੇਲ੍ਹ ਕੱਢਣ वो चाह रहे हैं जी कि इनकी गूंगी और ज़हनी माजूर बहन के साथ जो जुल्म हुआ उसका इनको इंसाफ चाहिए ਇਲਜ਼ਾਮ ਲਾਉਂਦੇ ਕਹਿੰਦੇ ਨਾ ਪੈਸਿਆਂ ਦਾ ਕਾਰੋਬਾਰ ਬਣਾਇਆ ਹੋਇਆ ਸਾਬਰ ਹੈਗਾ ਇਹ ਥਾਣੇ ਵਿੱਚ ਸਿੱਧੀ ਥਾਣੇ ਚੂਨੀਆਂ ਉਹ ਥਾਣੇ ਜਾਓ ਤਾਂ ਕਹਿੰਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਜਾਂ ਨਹੀਂ ਆਉਂਦੀ ਇਹ ਪੈਸਿਆਂ ਦਾ ਕਾਰੋਬਾਰ ਬਣਾਇਆ ਸਾਨੂੰ ਜਿੱਥੇ ਮਰਜ਼ੀ ਸਾਡੇ ਕੋਲ ਨਿਆਂ ਲੈਣ ਅਸੀਂ 1 ਰੁਪਈਆ ਵੀ ਲਿਆ ਹੋਵੇ ਜਾਂ ਸਾਨੂੰ ਕੇਸ ਕੋਈ ਗੂੰਗੀ ਦਾ ਵਹਾਵਣ ਫੇਰ ਅੱਗੋਂ ਇਸ ਤਰ੍ਹਾਂ ਕਹਿੰਦੇ ਨੇ ਉੱਥੇ ਸ਼ਰਦਾਈ ਪੀਂਦੇ ਸੀ ਨਾ ਤਾਂ ਕਰਕੇ ਉਹਨਾਂ ਨਾਲ ਰਲ ਗਏ ਉਹਨਾਂ ਨੂੰ ਪੈਸੇ ਵੀ ਇਹਨਾਂ ਨੂੰ ਵਾਵਾ ਦਿੱਤੇ ਬਕੌਲ ਤੁਹਾਡੇ ਉੱਥੇ थाने वाले सरदाई पींदे ने ਉਹਨਾਂ ਦੀ नहीं जी ये मामलात है ये इल्ज़ामात है हम ये चाहेंगे इनकी तफ्तीश हो और अगर हालात इनके हक में है तो डेफिनेटली इनको इसमें इनके साथ इंसाफ होना चाहिए अब वो रिपोर्ट कुछ भी नहीं ना आया सामने नहीं रिपोर्ट 4 दिन बाद रिपोर्ट है जिसमें क्या सामने आएगा बहरहाल हम यही चाहते हैं कि इस केस की तफ्तीश मेरिट पर हो और इन मजलूमों को इंसाफ मिले इस दुआ के साथ कि अल्लाह ताला हम सब पर रहम करम और फजल फरमाए अल्लाह ताला हमें हर तरह हर किसी की शर से बचाए मुझे इजाज़त दीजिएगा अल्लाह हाफिज़।